ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤੁਹਾਡਾ ਉਮੀਦਵਾਰ ਸੀਰੀਜ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਟੀਨ ਕੌਰ। ਅੱਜ ਅਸੀਂ ਆ ਪਹੁੰਚੇ ਹਾਂ ਬਰੈਂਪਟਨ ਸਾਊਥ ਦੀ ਰਾਈਡਿੰਗ ਦੇ ਵਿੱਚ, ਜੋ ਸਾਲ 2012 ਦੇ ਵਿੱਚ ਕ੍ਰੀਏਟ ਹੋਈ ਤੇ ਸਾਲ 2013 ਦੇ ਵਿੱਚ ਹੋਂਦ ਵਿੱਚ ਆਈ। 2015 ਤੋਂ ਬਰੈਂਪਟਨ ਸਾਊਥ ਦੀ ਰਾਈਡਿੰਗ ਉੱਤੇ ਲਿਬਰਲਸ ਦਾ ਕਬਜ਼ਾ ਹੈ। ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਇਸ ਰਾਈਡਿੰਗ ਨੂੰ ਪਿਛਲੇ 6 ਸਾਲਾਂ ਤੋਂ ਰਿਪਰੈਜ਼ੈਂਟ ਕਰਦੇ ਆ ਰਹੇ ਹਨ ਤੇ ਅੱਜ ਅਸੀਂ ਉਹਨਾਂ ਦੇ ਕੈਂਪੇਨ ਆਫਿਸ ਪਹੁੰਚੇ ਹਾਂ। ਬਰੈਂਪਟਨ ਸਾਊਥ ਇੱਕ ਅਜਿਹੀ ਰਾਈਡਿੰਗ ਹੈ ਜਿੱਥੇ ਤਿੰਨੋਂ ਹੀ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਪੰਜਾਬੀ ਹਨ, ਯਾਨੀ ਕਿ ਪੰਜਾਬੀ ਹੀ ਪੰਜਾਬੀ ਨੂੰ ਟੱਕਰ ਦੇ ਰਹੇ ਹਨ। ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਕਿਹੜੇ ਚੋਣ ਮੁੱਦੇ, ਚੋਣ ਵਾਅਦੇ ਲੈ ਕੇ ਵੋਟਾਂ ਦੀ ਅਪੀਲ ਕਰ ਰਹੇ ਹਨ, ਜਾਣਦੇ ਹਾਂ ਉਹਨਾਂ ਤੋਂ। ਸਤਿ ਸ਼੍ਰੀ ਅਕਾਲ ਸੋਨੀਆ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ PTC ਪੰਜਾਬੀ ਤੇ। ਥੈਂਕ ਯੂ ਸਵੀਨ ਜੀ। ਸਭ ਤੋਂ ਪਹਿਲਾਂ ਤਾਂ PTC ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਫॉर ਕਮਿੰਗ ਹੇਅਰ ਟੁਡੇ ਟੂ come into my campaign। ਸਾਰੇ ਹੀ ਉਮੀਦਵਾਰ ਆਪਣੇ ਆਪਣੇ ਕੈਂਪੇਨ ਦੇ ਵਿੱਚ ਰੁੱਝੇ ਹੋਏ ਹੈਗੇ ਆ ਜੀ, ਤੇ ਤੁਸੀਂ ਸਪੈਸ਼ਲ ਕਵਰੇਜ ਕਰਨਾ ਹੈ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਥੈਂਕ ਯੂ। ਸੋਨੀਆ ਜੀ, ਜਿਸ ਤਰ੍ਹਾਂ ਅਸੀਂ ਦੇਖਿਆ ਹੈ ਪਿਛਲੇ 6 ਸਾਲਾਂ ਤੋਂ ਲਿਬਰਲ ਸਰਕਾਰ ਪਾਵਰ ਦੇ ਵਿੱਚ ਰਹੀ। 2 ਵਾਰੀ ਇਲੈਕਸ਼ਨ ਕੈਂਪੇਨ ਹੋਏ, ਵੱਖ-ਵੱਖ ਵਾਅਦੇ ਸਰਕਾਰ ਵੱਲੋਂ ਕੀਤੇ ਗਏ, ਜਿਸ ਵਿੱਚੋਂ ਕੁਝ ਵਾਅਦੇ ਪੂਰੇ ਹੋਏ, ਕੁਝ ਨਹੀਂ ਵੀ ਪੂਰੇ ਹੋਏ। ਸੋ ਤੁਹਾਡੇ ਤੋਂ ਜਾਣਨਾ ਚਾਹਾਂਗੇ ਤੁਸੀਂ ਆਪਣੇ ਪਰਫਾਰਮੈਂਸ ਕਾਰਡ ਵਿੱਚ ਕੀ ਸ਼ਾਮਿਲ ਕੀਤਾ ਹੈ ਤੇ ਕਿਹੜੇ ਨਵੇਂ ਮੁੱਦੇ, ਨਵੇਂ ਚੋਣ ਵਾਅਦੇ ਤੁਸੀਂ ਲੈ ਕੇ ਵੋਟਰਾਂ ਦੇ ਕੋਲ ਜਾ ਰਹੇ ਹੋ? ਬਿਲਕੁਲ, ਇਹਦੇ ਵਿੱਚ ਮੈਂ ਕਹਿਣਾ ਚਾਹੂੰਗੀ ਜਸਲੀਨ ਜੀ, ਪਿਛਲੇ 6 ਸਾਲਾਂ ਤੋਂ ਸਾਨੂੰ ਬਹੁਤ ਹੀ ਮਾਣ ਸਤਿਕਾਰ ਦਿੱਤਾ ਹੈਗਾ ਬਰੈਂਪਟਨ ਸਾਊਥ ਦੀ ਰਾਈਡਿੰਗ ਦੇ ਸਾਰੇ ਹੀ ਰੈਜ਼ੀਡੈਂਟਸ ਨੇ। ਤੇ ਉਹਦੇ ਨਾਲ ਮੈਂ ਕਹਿਣਾ ਚਾਹੂੰਗੀ ਕਿ ਪੂਰੀ ਮਿਹਨਤ ਨਾਲ ਅਸੀਂ ਕੰਮ ਕੀਤਾ, ਸਾਡੀ ਲਿਬਰਲ ਟੀਮ ਨੇ। ਤੇ ਅੱਜ ਜਿਵੇਂ ਤੁਸੀਂ ਰਿਪੋਰਟ ਕਾਰਡ ਬਾਰੇ ਵੀ ਪੁੱਛਿਆ, ਮੈਨੂੰ ਦੱਸਣ 'ਚ ਬਹੁਤ ਖੁਸ਼ੀ ਹੋ ਰਹੀ ਹੈਗੀ ਆ ਕਿ ਪਿਛਲਾ 18 ਮਹੀਨੇ ਦਾ ਟਾਈਮ ਸਾਡੇ ਸਾਰਿਆਂ ਲਈ ਬਹੁਤ ਹੀ ਮੁਸ਼ਕਿਲ ਭਰਿਆ ਲੰਘਿਆ ਹੈਗਾ, ਕਿਉਂਕਿ ਅਸੀਂ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਇਹੋ ਜਿਹੇ ਪੈਂਡੈਮਿਕ ਦੇ ਵਿੱਚੋਂ ਗੁਜ਼ਰਨਾ ਪਊਗਾ। ਸੋ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਾਡੇ ਅੰਡਰ ਜਸਟਿਨ ਟਰੂਡੋ ਲੀਡਰਸ਼ਿਪ, ਸਾਡੇ ਲੀਡਰ ਦੇ ਅੰਡਰ ਸਾਰੀ ਲਿਬਰਲ ਟੀਮ ਨੇ ਜਿਹੜੀ ਸਾਰੇ ਡੈਮੋਗ੍ਰਾਫਿਕਸ ਨੂੰ ਮੁੱਖ ਰਹੇ, ਚਾਹੇ ਸਾਡੇ ਬੱਚੇ ਹੋਣ, ਚਾਹੇ ਸਾਡੇ ਯੂਥ ਹੋਵੇ, ਚਾਹੇ ਸਾਡੇ ਬਜ਼ੁਰਗ ਹੋਣ ਜਾਂ ਬਿਜ਼ਨਸ ਕਮਿਊਨਿਟੀ ਹੋਵੇ, ਸੋ ਸਾਰਿਆਂ ਨੂੰ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਕੈਨੇਡਾ ਚਾਈਲਡ ਬੈਨੀਫਿਟ, ਸੀਨੀਅਰਸ ਨੂੰ ਜਿਹੜੀ ਬੈਨੀਫਿਟਸ ਦੇ ਕੇ, ਜਾਂ ਸੀਬਾ ਵੇਜ ਸਬਸਿਡੀ, ਰੈਂਟ ਸਬਸਿਡੀ, ਤਾਂ ਕਿ ਸਾਡੇ ਬਿਜ਼ਨਸਿਸ ਭਾਈਚਾਰੇ ਨੂੰ ਵੀ ਬਹੁਤ ਹੈਲਪ ਦੀ ਲੋੜ ਸੀ। ਸੋ ਪਹਿਲਾਂ ਤਾਂ ਸੀ COVID-19 ਤੇ ਉਹਦੇ ਨਾਲ ਵੈਕਸੀਨ ਸੀ। ਜੇ ਤੁਸੀਂ ਦੇਖਿਆ ਜਾਵੇ ਕਿ ਸਾਡੇ ਕੋਲ ਜਿਹੜਾ ਸਭ ਤੋਂ ਜ਼ਿਆਦਾ ਵਧੀਆ ਪੋਰਟਫੋਲੀਓ ਜਿਹੜਾ ਵੈਕਸੀਨ ਪ੍ਰੋਕਿਉਰਮੈਂਟ ਦਾ ਰਿਹਾ ਹੈਗਾ, ਕੋਸ਼ਿਸ਼ ਕੀਤੀ ਗਈ ਕਿ ਸਾਰਿਆਂ ਨੂੰ ਹੁਣ ਵੀ ਅਵੇਲੇਬਲ ਹੈਗੀ ਹੈ, ਜਿਹੜੇ ਵੀ ਲਵਾਉਣਾ ਚਾਹੁੰਦੇ ਵੈਕਸੀਨਸ ਉਹ ਲਵਾ ਸਕਣ। ਸੋ ਵੈਕਸੀਨ ਸਭ ਨੂੰ ਮਿਲੇ। ਉਹਦੇ ਨਾਲ ਬਹੁਤ ਹੀ ਅੱਛੀ ਤਰ੍ਹਾਂ ਨਾਲ ਮੈਨੇਜ ਕਰਕੇ ਕਿ ਸੇਫਟੀ ਅਤੇ ਸਿਕਿਉਰਿਟੀ ਸਭ ਤੋਂ ਪਹਿਲਾਂ ਜ਼ਰੂਰਤ ਸੀ ਕਿ ਜਾਨਾਂ ਬਚਾਈਆਂ ਜਾਣ, ਉਹਦੇ ਨਾਲ ਹੈਲਪ ਕੀਤੀ ਜਾਵੇ। ਸੋ ਉਸ ਤੋਂ ਬਾਅਦ ਪਰ ਉਹਦੇ ਨਾਲ ਜਿਹੜੇ ਦੂਸਰੇ ਵੀ ਕੰਮ ਹੋਏ ਉਹਦੇ ਬਾਰੇ ਮੈਂ ਦੱਸਣਾ ਚਾਹੂੰਗੀ ਕਿ ਚਾਹੇ ਰਿਵਰ ਵਾਕ ਪ੍ਰੋਜੈਕਟ ਹੋਵੇ, ਜਿਹੜੇ ਕੱਲ੍ਹ ਮੈਂ ਡਿਬੇਟ 'ਤੇ ਗਈ, ਉਹਦੇ ਵਿੱਚ ਉਸ ਤੋਂ ਪਿਛਲੀ ਡਿਬੇਟ ਦੇ ਵਿੱਚ ਮੈਂ ਪ੍ਰੋਮਿਸ ਕੀਤਾ ਸੀ ਕਿ ਰਿਵਰ ਵਾਕ ਪ੍ਰੋਜੈਕਟ ਨੂੰ ਐਡਵੋਕੇਟ ਕਰਕੇ ਡਿਲੀਵਰ ਕੀਤਾ ਜਾਊਗਾ। ਸੋ ਮੈਂ ਅੱਜ ਬੜੇ ਮਾਣ ਨਾਲ ਕਹਿ ਸਕਦੀ ਹਾਂ ਕਿ ਉਹ ਪ੍ਰੋਜੈਕਟ ਜਿਹੜੀ ਮੰਗ ਸੀਗੀ ਬਰੈਂਪਟਨ ਸਾਊਥ ਦੇ ਸਪੈਸ਼ਲੀ ਡਾਊਨਟਾਊਨ ਕਮਿਊਨਿਟੀ ਦੀ, ਉਹ ਮੈਂ ਡਿਲੀਵਰ ਕੀਤਾ। ਤੇ ਉਹਦੇ ਨਾਲ ਸਿਰਫ ਇਹ ਹੀ ਨਹੀਂ ਹੈਗਾ, ਕੋਵਿਡ ਦੀ ਹੈਲਪ ਦੇ ਨਾਲ ਇਹ ਵੀ ਕੰਮ ਜਿਹੜੇ ਦੂਸਰੇ ਹੋਏ ਹੈਗੇ ਉਹਦੇ ਬਾਰੇ ਵੀ ਮੈਂ ਜਾਣਕਾਰੀ ਦੇਣਾ ਚਾਹੂੰਗੀ। ਰਿਵਰ ਵਾਕ ਪ੍ਰੋਜੈਕਟ ਨਾਲ ਇੱਕ ਤੇ ਉਹਦੇ ਨਾਲ GDP ਦੀ ਗਰੋਥ ਹੋਊਗੀ, ਇਕੋਨਮੀ ਦੇ ਵਿੱਚ ਬਹੁਤ ਵਧੀਆ, ਖਾਸ ਕਰਕੇ ਬਰੈਂਪਟਨ ਨੂੰ ਹੁਲਾਰਾ ਮਿਲੂਗਾ। ਉਹਦੇ ਨਾਲ 23,000 ਜੌਬਸ ਜਿਹੜੀਆਂ ਉਹਦੀ ਕ੍ਰੀਏਸ਼ਨ ਹੋਊਗੀ। ਜੇ ਯੂਥ ਦੀ ਗੱਲ ਕਰੀਏ ਕਿ ਯੂਥ ਨੂੰ ਵੀ ਬੜਾ ਪਲੈਟਫਾਰਮ ਦੇਣ ਦੀ ਲੋੜ ਸੀਗੀ। ਸੋ ਸਾਊਥ ਫਲੈਕਚਰ ਦੇ ਵਿੱਚ ਜਿਹੜਾ ਯੂਥ ਵਾਸਤੇ ਹੱਬ ਜਿਹੜੀ ਉਹ ਲਿਆਂਦੀ ਗਈ ਹੈਗੀ ਆ, ਉਹ ਵੀ ਇਸੇ ਦੌਰਾਨ ਆਈ ਹੈਗੀ ਆ। ਉਹਦੇ ਨਾਲ ਜੇ ਤੁਸੀਂ ਦੇਖੋ ਇਲੈਕਟ੍ਰਿਕ ਬੱਸਿਸ ਜਿਹੜੀਆਂ 450 ਇਲੈਕਟ੍ਰਿਕ ਬੱਸਿਸ, ਚਾਰਜਿੰਗ ਸਟੇਸ਼ਨ ਜਿਹੜੇ ਹੈਗੇ ਆ ਉਹ ਲਿਆਂਦੇ ਗਏ ਹੈਗੇ ਆ। ਆਲਮੋਸਟ $400 ਮਿਲੀਅਨ ਦੀ ਜਿਹੜੀ ਆ ਇਨਵੈਸਟਮੈਂਟ ਹੋਊਗੀ ਬਰੈਂਪਟਨ ਦੇ ਵਿੱਚ। ਉਹਦੇ ਨਾਲ ਟ੍ਰਾਂਜ਼ਿਟ ਹੱਬ ਜਿਹੜੀ ਆ ਡਾਊਨਟਾਊਨ ਦੇ ਵਿੱਚ, ਉਹਦੇ ਵਿੱਚ ਮਿਲੀਅਨਸ ਆਫ ਡਾਲਰਸ ਦੀ ਇਨਵੈਸਟਮੈਂਟ ਉਹ ਲਿਆਂਦੀ ਗਈ ਹੈਗੀ ਆ। ਇਸ ਦੇ ਨਾਲ ਚਾਹੇ ਉਹ ਸਾਡੇ ਆਰਟ ਸੈਕਟਰ ਹੋਵੇ, ਚਾਹੇ ਆਰਟ ਅਤੇ ਕਲਚਰ ਸੈਕਟਰ ਨੂੰ ਵੀ ਨਾਲ ਦੀ ਨਾਲ ਉਹ ਹੈਲਪ ਮਿਲੀ, ਚਾਹੇ ਉਹ ਸਾਡਾ ਰੋਜ਼ ਥੀਏਟਰ ਹੋਵੇ ਜਾਂ ਸਾਡੀ ਮੈਂਟਲ ਹੈਲਥ ਦੇ ਵਿੱਚ ਇਨਵੈਸਟਮੈਂਟ ਹੋਵੇ, ਕਿਉਂਕਿ ਇਹਦੇ ਸਾਰੇ ਗ੍ਰਾਂਟਸ ਦੀ ਬਹੁਤ ਲੋੜ ਸੀ ਤਾਂ ਕਿ ਅਸੀਂ ਇਸ ਪੈਂਡੈਮਿਕ 'ਚੋਂ ਲੰਘ ਸਕੀਏ, ਨਾਲ ਅਸੀਂ ਇਕੋਨਮੀ ਨੂੰ ਵੀ ਥਰਾਈਵ ਕਰਾ ਸਕੀਏ, ਕਿਉਂਕਿ ਇਹ ਵੀ ਬਹੁਤ ਮੰਗ ਸੀ। ਕਿ ਸੋ ਮੈਂ ਇਹ ਬੜੇ ਮਾਣ ਨਾਲ ਕਹਿ ਸਕਦੀ ਹੈਗੀ ਹਾਂ
ਕਿ ਇਸ ਹੈਲਪ ਦੇ ਨਾਲ ਵੀ ਅਸੀਂ ਜਿਹੜੇ ਪ੍ਰੋਜੈਕਟ ਹੈਗੇ ਆ ਸਾਡੀ ਟੀਮ ਨੇ ਜਾਂ ਮੈਂ ਜਿਹੜੀ ਐਡਵੋਕੇਸੀ ਕਰਕੇ ਅਸੀਂ ਡਿਲੀਵਰ ਕੀਤੇ ਹੈਗੇ ਆ, ਤੇ ਉਹ ਅੱਜ ਜਿਹੜਾ ਰਿਪੋਰਟ ਕਾਰਡ ਆ ਸਾਨੂੰ ਸਾਰੇ ਪੁੱਛ ਸਕਦੇ ਆ, ਕਿਉਂਕਿ ਤੁਸੀਂ ਤਾਂ ਹੀ ਸਾਨੂੰ ਚੁਣ ਕੇ ਤੁਸੀਂ ਆਟੋਆ ਭੇਜਦੇ ਆ ਕਿ ਅਸੀਂ ਐਡਵੋਕੇਟ ਕਰ ਸਕੀਏ ਜੋ ਸਾਡੇ ਸਿਟੀ ਦੀਆਂ ਮੰਗਾਂ ਹੈਗੀਆਂ। ਉਹ ਮੈਂ ਇਹਦੇ ਵਿੱਚ ਮੈਂ ਇਹ ਗੱਲ ਕਹਿਣਾ ਚਾਹੂੰਗੀ, ਤੁਸੀਂ ਰੈਕਟ ਦੇਖ ਲਓ। ਉਸ ਤੋਂ ਪਹਿਲਾਂ ਜਿਹੜੀ ਸਾਡੀ ਸਰਕਾਰ ਸੀਗੀ 2015 ਤੋਂ ਪਹਿਲਾਂ ਜਿਹੜੇ 4 ਸਾਲ ਵੀ ਲੈ ਲਈਏ ਤੇ ਸਾਡੇ 6 ਸਾਲਾਂ 'ਚ ਜੇ ਕੰਪੈਰੀਜ਼ਨ ਕਰੀਏ, ਇਨਫਰਾਸਟ੍ਰਕਚਰ ਦੇ 4 ਪ੍ਰੋਜੈਕਟ ਲਿਆਂਦੇ ਗਏ ਸੀ ਕੰਜ਼ਰਵੇਟਿਵ ਸਰਕਾਰ ਵੱਲੋਂ। ਵੀ ਡਿਲੀਵਰ 63 ਪ੍ਰੋਜੈਕਟ ਜਸਟ ਅੰਡਰ ਇਨਫਰਾਸਟ੍ਰਕਚਰ। ਤੇ ਤੁਸੀਂ ਦੇਖ ਸਕਦੇ ਹੋ ਜੇ ਸਾਨੂੰ ਚੁਣ ਕੇ ਭੇਜਿਆ ਤੇ ਸਾਡਾ ਵੀ ਫਰਜ਼ ਬਣਦਾ ਸੀ ਕਿ ਅਸੀਂ ਆਪਣੀ ਸਿਟੀ ਦੇ ਵਿੱਚ ਜੋ ਸ਼ਵਲ ਰੈਡੀ ਪ੍ਰੋਜੈਕਟ ਆਉਂਦੇ ਹਨ ਜਾਂ ਅਸੀਂ ਜਿਹੜੇ ਵੀ ਅਸੀਂ ਲਿਆ ਸਕਦੇ ਹੈਗੇ ਆ ਉਹ ਅਸੀਂ ਲਿਆਈਏ। ਜੀ ਸੋਨੀਆ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਸੀਂ ਪਿਛਲੇ 1.5 ਸਾਲ 'ਚ ਬਹੁਤ ਮੁਸ਼ਕਲ ਸਮੇਂ ਤੋਂ ਗੁਜ਼ਰੇ ਹੈਗੇ ਹਾਂ। ਪੈਂਡੈਮਿਕ ਜਦੋਂ ਆਇਆ, ਕਾਫੀ ਲੋਕਾਂ ਨੂੰ ਮੈਂਟਲ ਹੈਲਥ ਇਸ਼ੂਜ਼ ਵੀ ਆਏ, ਕਾਫੀ ਕੁਝ ਦੇਖਿਆ ਸੀ। ਉਸ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਠੀਕ ਸਮਾਂ ਸੀ ਇਲੈਕਸ਼ਨ ਅਨਾਉਂਸ ਕਰਨ ਦਾ? ਇਹਦੇ ਵਿੱਚ ਮੈਂ ਇਹ ਕਹਿਣਾ ਚਾਹੂੰਗੀ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਕੈਨੇਡੀਅਨਸ ਦੀਆਂ ਜਾਨਾਂ ਬਚਾਉਂਦੇ। ਜਦੋਂ ਉਸ ਟਾਈਮ ਤੇ ਸਾਰੇ ਹੀ ਸਾਡੀ ਲਿਬਰਲ ਟੀਮ ਨੇ ਅੰਡਰ ਆਵਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਸਭ ਤੋਂ ਪਹਿਲਾਂ ਸਾਡੇ ਲਈ ਇਹ ਕੰਮ ਸੀਗਾ। ਤੇ ਜਦੋਂ ਹੁਣ ਰਿਕਵਰੀ ਦਾ ਅਸੀਂ ਪੈਥ ਬਿਲਡ ਕਰਨਾ ਹੈਗਾ, ਸਾਨੂੰ ਬਹੁਤ ਜ਼ਰੂਰਤ ਹੈਗਾ ਕੈਨੇਡੀਅਨਸ ਦੀ ਨਾਲ ਕੰਸਲਟੇਸ਼ਨ ਕਰਨ ਦਾ, ਕੈਨੇਡੀਅਨਸ ਦੀ ਰਾਏ ਲੈਣ ਦਾ ਕਿ ਉਹ ਕਿਸ ਤਰ੍ਹਾਂ ਦਾ ਕੈਨੇਡਾ ਨੂੰ ਰੀਬਿਲਡ ਕਰਨਾ ਚਾਹੁੰਦੇ ਹੈਗੇ ਆ। ਕਿਉਂਕਿ ਸਾਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ, ਜਦੋਂ ਪਹਿਲੀ ਮੈਂਡੇਟ ਲਈ ਸੀਗੀ ਉਦੋਂ ਤਾਂ ਕੋਵਿਡ-19 ਦਾ ਸਾਨੂੰ ਕੁਝ ਨਹੀਂ ਸੀ ਪਤਾ ਕਿ ਕੋਈ ਇਹੋ ਜਿਹੇ ਸਮੇਂ ਦੇ ਵਿੱਚੋਂ ਸਾਨੂੰ ਲੰਘਣਾ ਪਊਗਾ। ਜਦੋਂ ਅਸੀਂ ਲੰਘੇ ਇਸ ਸਮੇਂ ਦੇ ਵਿੱਚੋਂ, ਇਹੋ ਜਿਹੀਆਂ ਮੁਸ਼ਕਲਾਂ ਜਿਹੜੀਆਂ ਸਾਹਮਣੇ ਆਈਆਂ, ਚਾਹੇ ਉਹ ਚਾਈਲਡ ਕੇਅਰ ਦੀ ਸੀਗੀ। ਮੈਂ ਸਟੇਟਸ ਆਫ ਵੂਮਨ ਕਮੇਟੀ ਦੇ ਵਿੱਚ ਜਦੋਂ ਅਸੀਂ ਸੁਣਦੀ ਸੀਗੀ, ਹੈਲਥ ਕੇਅਰ ਕਮੇਟੀ ਦੇ ਵਿੱਚ ਸੁਣਦੀ ਸੀ, ਕਿਹੜੀਆਂ ਮੁਸ਼ਕਲਾਂ ਜਿਹੜੀਆਂ ਆਈਆਂ ਹੈਗੀਆਂ। ਸੋ ਚਾਈਲਡ ਕੇਅਰ ਦਾ ਮੁੱਦਾ ਆਇਆ ਕਿਉਂਕਿ ਸਾਡੀਆਂ ਜਿਹੜੀਆਂ ਵੂਮਨ, ਸਾਡੀਆਂ ਮਦਰਸ ਹੈਗੀਆਂ, ਉਹਨਾਂ ਨੂੰ ਬੱਚੇ ਵੀ ਸਾਹਮਣੇ ਸੀ, ਘਰ ਦਾ ਕੰਮ ਵੀ ਕਰਨਾ ਸੀ, ਸੀਨੀਅਰਸ ਵੀ ਸਾਹਮਣੇ ਸੀ, ਤੇ ਪਲੱਸ ਉਹਨਾਂ ਨੇ ਕੰਮ ਤੇ ਵੀ ਜਾਣਾ ਸੀਗਾ। ਸੋ ਅਫੋਰਡੇਬਲ ਚਾਈਲਡ ਕੇਅਰ, ਅਫੋਰਡੇਬਿਲਿਟੀ ਦੀ ਬਹੁਤ ਵੱਡੀ ਗੱਲ ਜਿਹੜੀ ਸਾਹਮਣੇ ਆਈ, ਅਫੋਰਡੇਬਲ ਚਾਈਲਡ ਕੇਅਰ। ਸੋ ਇਸੇ ਕਰਕੇ ਸਾਡੇ ਪਲੇਟਫਾਰਮ ਤੇ ਅਸੀਂ ਅੱਗੇ ਕੰਮ ਕਰਨਾ ਚਾਹੁੰਦੇ ਕਿ $10 ਪਰ ਡੇ ਚਾਈਲਡ ਕੇਅਰ। ਜਦੋਂ ਤੁਸੀਂ ਕੁਆਲਿਟੀ ਵਾਲਾ ਅਫੋਰਡੇਬਲ ਚਾਈਲਡ ਕੇਅਰ ਦਿਓਗੇ ਤੇ ਉਹਦੇ ਨਾਲ ਜਿਹੜਾ ਮੋਰ ਵੂਮਨਸ ਵਰਕਫੋਰਸ ਜਾਣਗੀਆਂ, ਉਹਦੇ ਨਾਲ ਤੁਹਾਨੂੰ GDP ਗਰੋਥ ਵੀ, ਸਾਰੇ ਇਕੋਨਮੀ ਦੇ ਨੂੰ ਵੀ ਹੁਲਾਰਾ ਮਿਲੂਗਾ ਤੇ ਸਾਡੀ ਸੁਸਾਇਟੀ ਵੀ ਥਰਾਈਵ ਕਰੂਗੀ। ਸੇ ਅਫੋਰਡੇਬਲ ਚਾਈਲਡ ਕੇਅਰ, ਜਿਹੜੀ ਕੁਆਲਿਟੀ ਵਾਲੀ ਚਾਈਲਡ ਕੇਅਰ ਦੇਣ ਦੇ ਨਾਲ, ਉਹਦੇ ਨਾਲ ਤੁਸੀਂ ਦੇਖੋ 40,000 ਜਿਹੜੀਆਂ अर्ली चाइल्ड एजुकेटर ਦੀ ਉਹਦੇ ਨਾਲ ਜੌਬਸ ਵੀ ਕ੍ਰੀਏਸ਼ਨ ਹੋਊਗੀ। ਉਹਦੇ ਨਾਲ 250,000 ਜਿਹੜੀਆਂ ਚਾਈਲਡ ਕੇਅਰ ਸਪੇਸਿਸ ਜਿਹੜੀਆਂ ਉਹ ਪੈਦਾ ਕੀਤੀਆਂ ਜਾਣਗੀਆਂ ਤਾਂ ਕਿ ਜਿਹੜੇ ਪੇਰੈਂਟਸ ਆ ਕੌਨਫੀਡੈਂਟ ਉੱਥੇ ਆਪਣੇ ਬੱਚੇ ਛੱਡ ਸਕਣ ਕਿ ਇੱਥੇ ਕੁਆਲਿਟੀ ਵਾਲੀ ਚਾਈਲਡ ਕੇਅਰ ਹੈਗੀ ਆ। ਸੋ ਅਫੋਰਡੇਬਲ ਚਾਈਲਡ ਕੇਅਰ ਜਿਹੜਾ ਸਭ ਤੋਂ ਇਸ਼ੂ ਜਿਹੜਾ ਮੈਂ ਦੇਖਿਆ ਉਹ ਵੀ ਸਾਹਮਣੇ ਆ। ਉਹਦੇ ਨਾਲ ਨਾਲ ਚਾਹੇ ਉਹ ਸੀਨੀਅਰਸ ਦਾ ਤੁਸੀਂ ਦੇਖੋ, ਚਾਹੇ ਲੌਂਗ ਟਰਮ ਕੇਅਰ ਦੇ ਵਿੱਚ ਮੇਰੀ ਰਾਈਡਿੰਗ ਦੇ ਵਿੱਚ ਸੀਨੀਅਰਸ ਨਾਲ ਜੋ ਰਿਪੋਰਟਸ ਆਈਆਂ ਉਹ ਕੋਈ ਇਹੋ ਜਿਹੇ ਸਾਡੇ ਸੀਨੀਅਰ ਤਾਂ ਨਹੀਂ ਡਿਜ਼ਰਵ ਕਰਦੇ ਜੋ। ਸੋ ਲੌਂਗ ਟਰਮ ਕੇਅਰ ਦੇ ਮੁੱਦੇ 'ਤੇ ਜਾਂ ਸੀਨੀਅਰਸ ਦੀ ਜਿਹੜੀ ਆ ਮੁਸ਼ਕਲਾਂ ਸਾਹਮਣੇ ਆਈਆਂ ਉਹਨਾਂ ਨੂੰ ਵੀ ਸੋਲਵ ਕਰਨਾ ਬਹੁਤ ਜ਼ਰੂਰੀ ਸੀ। ਇਸੇ ਕਰਕੇ ਇਸ ਪਾਰਟੀ ਪਲੇਟਫਾਰਮ 'ਤੇ ਪੈਨਸ਼ਨ ਵਧਾਉਣ ਦੀ ਜਿਹੜੀ ਗੱਲ ਕੀਤੀ ਗਈ ਹੈ, ਜਿਹੜੀ ਕਿ ਕੰਜ਼ਰਵੇਟਿਵਸ ਕਹਿੰਦੇ ਨਹੀਂ ਅਸੀਂ ਨਹੀਂ ਇਸ ਗੱਲ 'ਤੇ ਆਉਂਦੇ ਹੈਗੇ। ਸੋ ਸਾਡੇ ਲਈ ਬਹੁਤ ਜ਼ਰੂਰੀ ਸੀਗਾ, ਚਾਹੇ ਉਹ ਲੌਂਗ ਟਰਮ ਦੀ ਗੱਲ ਹੋਵੇ, ਚਾਹੇ ਸੀਨੀਅਰਸ ਦੀ ਗੱਲ ਹੋਵੇ, ਚਾਹੇ ਸਾਡੇ ਇਨਵਾਇਰਨਮੈਂਟ ਦੀ ਗੱਲ ਹੋਵੇ, ਚਾਹੇ ਸਾਡੇ ਚਾਈਲਡ ਕੇਅਰ ਦੀ ਗੱਲ ਹੋਵੇ। ਸੋ ਅਸੀਂ ਲੋਕੀ ਕੀ ਚਾਹੁੰਦੇ ਆ ਜੀ, ਜੋ ਲੋਕਾਂ ਦੀ ਰਾਏ ਹੋਊਗੀ ਅਸੀਂ ਉਹਨਾਂ ਨੂੰ ਹੀ ਦੱਸਿਆ, ਸਾਡੀਆਂ ਹੀ ਪਾਲਿਸੀਜ਼ ਹੈਗੀਆਂ। ਸੋ ਇਹ ਬਹੁਤ ਜ਼ਰੂਰੀ ਸੀ ਸਾਰੇ ਕੈਨੇਡੀਅਨਸ ਦੀ ਰਾਏ ਲੈਣਾ ਕਿ ਉਹ ਕਿਸ ਤਰ੍ਹਾਂ ਦੀ ਜਿਹੜਾ ਰਿਕਵਰੀ ਦਾ ਪੈਥ ਬਿਲਡ ਕਰਨਾ ਚਾਹੁੰਦੇ ਹੈਗੇ ਆ। ਸੋ ਉਹ ਜਿਸ ਤਰ੍ਹਾਂ ਦਾ ਚਾਹਣਗੇ ਉਸੇ ਤਰ੍ਹਾਂ ਦਾ ਹੋਏਗਾ। ਸੋ ਇਹ ਬਹੁਤ ਜ਼ਰੂਰੀ ਸੀਗਾ ਰਿਕਵਰੀ ਦਾ ਜਿਹੜਾ ਪੈਥ ਬਿਲਡ ਕਰਨ ਵਾਸਤੇ ਲੋਕਾਂ ਦਾ ਨਾਲ ਹੋਣਾ। ਜੀ, ਤੁਸੀਂ ਕੁਝ ਚੋਣ ਮੁੱਦਿਆਂ ਦਾ ਜ਼ਿਕਰ ਕੀਤਾ ਹੈ, ਉਸ ਬਾਰੇ ਵੀ ਅਸੀਂ ਵਿਸਥਾਰ ਵਿੱਚ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਠੀਕ ਸਮਾਂ ਸੀ, ਬਹੁਤ ਜ਼ਰੂਰੀ ਹੈਗਾ ਹੈ ਕਿ ਅਸੀਂ ਰਾਏ ਲਈਏ ਲੋਕਾਂ ਦੀ। ਪਰ ਜੇ ਅਸੀਂ ਦੇਖੀਏ ਤਾਂ ਇਸ ਵੇਲੇ ਜਦੋਂ ਲਿਬਰਲ ਲੀਡਰ ਜਿਹੜੇ ਵੀ ਕੈਂਪੇਨ ਸਟਾਪ 'ਤੇ ਜਾ ਰਹੇ ਨੇ, ਆਲਮੋਸਟ ਹਰ ਸਟਾਪ 'ਤੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਪ੍ਰੋਟੈਸਟ ਕਰ ਰਹੇ ਨੇ ਲੋਕੀ। ਦੇਖੋ ਜੀ, ਵੀ ਬਲੀਵ ਇਨ ਸਾਇੰਸ। ਜੇ ਤੁਸੀਂ ਸਾਇੰਸ ਦੇ ਜਿਹੜੇ ਐਕਸਪਰਟਸ ਦੀ ਜਿਹੜੀ ਉਹ ਦੇਖੋ ਤੇ ਵੈਕਸੀਨੇਸ਼ਨ ਜਿਹੜੀ ਹੈਗੀ ਆ ਉਹਦੇ ਨਾਲ ਹੀ ਜਿਹੜੀਆਂ ਅਸੀਂ ਇਸ ਕੋਵਿਡ-19 ਦਾ ਐਂਡ ਕਰ ਸਕਦੇ ਹੈਗੇ ਆ। ਸੋ ਕੁਝ ਲੋਕ ਜਿਹੜੇ ਐਂਟੀ ਵੈਕਸੀਨ ਦੇ ਜਿਹੜੇ ਵੈਕਸੀਨ ਦੇ ਖਿਲਾਫ ਹੈਗੇ ਆ, ਐਂਟੀ ਮੈਸ ਦੇ ਖਿਲਾਫ ਹੈਗੇ ਆ, ਤੁਸੀਂ ਦੇਖ ਸਕਦੇ ਹੋ। ਉਹ ਕੁਝ ਕੁ ਲੋਕ ਹੈਗੇ ਆ
ਸੋ ਮੈਂ ਅੱਜ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਅਸੀਂ ਉਹਨਾਂ ਤੋਂ ਡਰ ਕੇ ਅਸੀਂ ਆਪਣਾ ਏਜੰਡਾ ਜਿਹੜਾ ਉਹ ਨਹੀਂ ਖਰਾਬ ਕਰ ਸਕਦੇ। ਸੋ ਸਾਡਾ ਮੈਸੇਜ ਜਿਹੜਾ ਹੈਗਾ ਬਹੁਤ ਕਲੀਅਰ ਹੈਗਾ ਕਿ ਵੈਕਸੀਨ ਲਵਾਓ ਤਾਂ ਕਿ ਅਸੀਂ ਸਾਰੇ ਖੁੱਲ੍ਹ ਕੇ ਇੱਕ ਦੂਸਰੇ ਨੂੰ ਮਿਲ ਸਕੀ। ਹੁਣ ਤੁਸੀਂ ਮੇਰੇ ਨਾਲ ਇਸੇ ਕਰਕੇ ਗੱਲਬਾਤ ਕਰ ਸਕਦੇ ਹੋ ਕਿ ਤੁਸੀਂ ਵੀ ਵੈਕਸੀਨ ਲਵਾਈ ਹੈਗੀ ਹੈ ਅਤੇ ਮੈਂ ਵੀ ਵੈਕਸੀਨ 2 ਡੋਜ਼ ਜੀ। ਅਤੇ ਜੇ ਸਾਰੇ ਹੀ ਆਪਾਂ ਵੈਕਸੀਨ ਲਵਾ ਕੇ ਫਿਰ ਅਸੀਂ ਉਸੇ ਤਰ੍ਹਾਂ ਨਾਲ ਇੱਕ ਦੂਜੇ ਨਾਲ ਮਿਲ ਸਕਾਂਗੇ, ਸਾਡੇ ਬਿਜ਼ਨਸ ਦੀ ਵੀ ਹੈਲਪ ਹੋ ਸਕੂਗੀ ਅਤੇ ਅਸੀਂ ਥਰਾਈਵ ਕਰ ਸਕਦੇ ਹਾਂ ਇਕੱਠੇ, ਅਸੀਂ ਆਪਣੀ ਰਿਕਵਰੀ ਜਿਹੜੀ ਆ ਬਿਲਡ ਕਰ ਸਕਦੇ ਹਾਂ। ਅਤੇ ਜੇ ਕੋਈ ਬਲੀਵ ਸਾਇੰਸ 'ਚ ਕਰ ਹੀ ਨਹੀਂ ਰਿਹਾ ਹੈਗਾ, ਸੋ ਮੈਂ ਇਹ ਅਪੀਲ ਕਰਦੀ ਹੈਗੀ ਹਾਂ ਕਿ ਸਾਨੂੰ ਉਹਨਾਂ ਲੋਕਾਂ ਨੂੰ ਇਗਨੋਰ ਕਰਕੇ ਅਤੇ ਜਿਨ੍ਹਾਂ ਨੇ ਵੀ ਅਜੇ ਵੀ ਵੈਕਸੀਨਸ ਨਹੀਂ ਲਵਾਈ ਉਹਨਾਂ ਨੂੰ ਮੈਸੇਜ ਦੇਣਾ ਚਾਹੀਦਾ ਹੈਗਾ ਕਿ ਤੁਸੀਂ ਵੈਕਸੀਨੇਟਡ ਹੋਵੋ ਤਾਂ ਕਿ ਅਸੀਂ ਆਪਣੇ ਸਾਰੇ ਕੰਟਰੀ ਨੂੰ ਚੰਗੀ ਤਰ੍ਹਾਂ ਆਪਾਂ ਬਿਲਡ ਕਰ ਸਕੀਏ ਮੋਰ ਸਟਰੋਂਗਲੀ। ਇਹਦੇ ਨਾਲ ਮੈਂ ਇਹ ਕਹਿਣਾ ਚਾਹੂੰਗੀ ਕਿ ਵੈਕਸੀਨ ਪਾਸਪੋਰਟ ਬਾਰੇ ਜਿਵੇਂ ਸਾਡੇ ਲੀਡਰ ਦਾ, ਸਾਡੀ ਪਾਰਟੀ ਦਾ ਬਿਲਕੁਲ ਕਲੀਅਰ ਸਟੈਂਡ ਹੈਗਾ। ਸੋ ਇਹਦੇ ਵਿੱਚ ਕੰਜ਼ਰਵੇਟਿਵਸ ਜਿਹੜੇ ਹੈਗੇ ਆ ਉਹਨਾਂ ਦਾ ਕੋਈ ਕਲੀਅਰ ਸਟੈਂਡ ਨਹੀਂ ਹੈਗਾ। ਹਾਊ ਕੈਨ ਦੇ ਹੈਲਪ ਦ ਬਿਜ਼ਨਸਿਸ, ਹਾਊ ਕੈਨ ਦੇ ਬਿਲਡ ਦ ਕੰਟਰੀ, ਜਦੋਂ ਉਹਨਾਂ ਦਾ ਕੋਈ ਸਟੈਂਡ ਹੀ ਕਲੀਅਰ ਨਹੀਂ ਹੈਗਾ। ਤੁਸੀਂ ਸਾਇੰਸ ਦਾ, ਸਾਡੇ ਹੈਲਥ ਐਕਸਪਰਟਸ ਦੱਸ ਰਹੇ ਹੈਗੇ ਕਿ ਵੈਕਸੀਨੇਟਡ ਦਿਸ ਇਜ਼ ਦ ਓਨਲੀ ਵੇ। ਜੇ ਤੁਸੀਂ ਵੈਕਸੀਨੇਟਡ ਹੁੰਦੇ ਹੈਗੇ ਆ ਅਤੇ ਤੁਸੀਂ ਪੈਂਡੈਮਿਕ ਤੋਂ ਬਾਹਰ ਆ ਸਕਦੇ ਹੈਗੇ ਆ। ਜਦੋਂ ਜਿਹੜੀ ਪਾਰਟੀ ਕਹਿੰਦੀ ਹੈਗੀ ਕਿ ਸਾਡੀਆਂ ਪਾਲਿਸੀਜ਼ ਜਦੋਂ ਸਟੈਂਡ ਹੀ ਨਹੀਂ ਕਲੀਅਰ ਹੈਗਾ ਅਤੇ ਉਹ ਕਿਵੇਂ ਕੰਟਰੀ ਨੂੰ ਦੇ ਸਿਟੀਜ਼ਨਸ ਨੂੰ ਪ੍ਰੋਟੈਕਟ ਕਰ ਸਕਦੇ, ਤੁਸੀਂ ਸਾਰੇ ਆਪ ਹੀ ਸੋਚ ਸਕਦੇ ਹੋ। ਜੀ ਸੋਨੀਆ ਜੀ, ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਕੁਝ ਚੋਣ ਮੁੱਦਿਆਂ ਦੀ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਸਾਡੀ ਗੱਲਬਾਤ ਚੱਲ ਰਹੀ ਹੈ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਜੀ ਦੇ ਨਾਲ। ਸੋਨੀਆ ਜੀ, ਜਿਸ ਤਰ੍ਹਾਂ ਅਸੀਂ ਇਲੈਕਸ਼ਨ ਦੇ ਮੁੱਦਿਆਂ ਦੀ ਗੱਲ ਕਰ ਰਹੇ ਹੈਗੇ ਹਾਂ, ਜਦੋਂ ਪੈਂਡੈਮਿਕ ਦੀ ਸ਼ੁਰੂਆਤ ਹੋਈ ਤੇ ਉਸ ਤੋਂ ਬਾਅਦ ਕਈ ਵੱਡੇ ਮੁੱਦੇ ਸਾਹਮਣੇ ਆਏ, ਕਈ ਚੀਜ਼ਾਂ ਐਕਸਪੋਜ਼ ਹੋਈਆਂ ਜਿਸ ਉੱਤੇ ਕੰਮ ਕਰਨ ਦੀ ਲੋੜ ਹੈਗੀ ਹੈ। ਚਾਈਲਡ ਕੇਅਰ, ਲੌਂਗ ਟਰਮ ਕੇਅਰ, ਇਸ ਦੇ ਨਾਲ ਹੀ ਅਫੋਰਡੇਬਲ ਹਾਊਸਿੰਗ ਦਾ ਵੀ ਇਸ਼ੂ ਉੱਠਿਆ। ਬਟ ਜੇ ਅਸੀਂ ਦੇਖੀਏ ਤਾਂ ਅਫੋਰਡੇਬਲ ਹਾਊਸਿੰਗ ਪਰਟੀਕੁਲਰਲੀ ਇੱਕ ਐਸਾ ਮੁੱਦਾ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਚੱਲ ਰਿਹਾ ਸੀਗਾ। ਸੋ ਇਸ ਵੇਲੇ ਪਲੈਟਫਾਰਮ ਦੇ ਵਿੱਚ ਡੈਫੀਨੇਟਲੀ ਲਿਬਰਲਸ ਨੇ ਫੰਡਿੰਗ ਅਨਾਊਂਸ ਕੀਤੀ ਹੈ, ਹੋਰ ਵੀ ਕੁਝ ਚੀਜ਼ਾਂ ਅਨਾਊਂਸ ਕੀਤੀਆਂ ਨੇ, ਪਰ ਇਹ ਕਦਮ ਪਹਿਲਾਂ ਕਿਉਂ ਨਹੀਂ ਚੁੱਕਿਆ ਗਿਆ? ਸੋ ਜਸਲੀਨ ਜੀ, ਜਿਹੜਾ ਤੁਸੀਂ ਅਫੋਰਡੇਬਲ ਹਾਊਸਿੰਗ ਦੀ ਗੱਲ ਕੀਤੀ ਹੈਗੀ ਆ, ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੂੰਗੀ ਹਿਸਟੋਰੀਕਲ ਜਿਹੜੀ ਅਨਾਊਂਸਮੈਂਟ ਹੋਈ ਆ ਅਫੋਰਡੇਬਲ ਹਾਊਸਿੰਗ ਵਾਸਤੇ $276 ਮਿਲੀਅਨ ਦੀ ਬਰੈਂਪਟਨ ਦੇ ਵਿੱਚ, ਉਹ ਇਸੇ ਕਰਕੇ ਹੋਈ ਸੀ ਕਿ ਆਲਮੋਸਟ 2200 ਯੂਨਿਟ ਜਿਹੜੇ ਉਹ ਬਣਾਏ ਜਾਣ, ਉਹਦੇ ਵਿੱਚ ਸ਼ੈਲਟਰਸ ਵੀ ਹੋਵੇ। ਅਤੇ ਇਹ ਇਸੇ ਕਰਕੇ ਕਿ ਇਸ ਜਿਹੜਾ ਤੁਸੀਂ ਇਹ ਮੁੱਦੇ ਨੂੰ ਸੋਲਵ ਕੀਤਾ ਜਾਵੇ ਅਫੋਰਡੇਬਲ ਹਾਊਸਿੰਗ ਨਾਲ, ਨਾ ਕਿ ਇਹ ਸਿਰਫ ਇਹ ਹੀ ਨਹੀਂ ਹੈਗੇ। ਉਹਦੇ ਵਿੱਚ ਚਾਹੇ ਤੁਸੀਂ ਰੈਪਿਡ ਹਾਊਸਿੰਗ ਦੇ ਵਿੱਚ ਬਾਅਦ 'ਚ $33 ਮਿਲੀਅਨ ਜਿਹੜੇ ਅਨਾਊਂਸ ਕੀਤੇ ਗਏ। ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਆਪ ਆ ਕੇ $120 ਮਿਲੀਅਨ ਦੀ ਜਿਹੜੀ ਅਨਾਊਂਸਮੈਂਟ ਜਿਹੜੀ ਆ ਪਿਛਲੇ ਮਹੀਨੇ ਹੋਈ ਹੈਗੀ ਆ, ਉਹ ਇਸੇ ਕਰਕੇ ਹੋਈ ਹੈਗੀ ਹੈ ਕਿ ਅਫੋਰਡੇਬਲ ਹਾਊਸਿੰਗ ਦਾ ਜਿਹੜਾ ਇਸ਼ੂ ਉਹਨੂੰ ਸੋਲਵ ਕੀਤਾ ਜਾ ਸਕੇ। ਉਹਦੇ ਨਾਲ ਕਿ ਪੈਂਡੈਮਿਕ ਦੇ ਵਿੱਚ ਇਹ ਵੀ ਚੈਲੰਜ ਦੇਖਣ ਨੂੰ ਮਿਲਿਆ ਹੈਗਾ ਕਿ ਜਿਹੜੀਆਂ ਪ੍ਰਾਈਸਿਸ ਸੀਗੀਆਂ ਉਹ ਕਾਫੀ ਸਪਾਈਕ ਹੋ ਗਈਆਂ ਸੀਗੀਆਂ ਕਿ ਨਵੇਂ ਜਿਹੜੇ ਬਾਇਰਸ ਆ ਉਹਨਾਂ ਦਾ ਐਂਟਰ ਹੋਣਾ ਜਿਹੜਾ ਉਹ ਮੁਸ਼ਕਿਲ ਸੀਗਾ। ਸੋ ਇਸੇ ਵਾਸਤੇ ਜਿਹੜਾ ਪਾਰਟੀ ਪਲੈਟਫਾਰਮ ਦੇ ਵਿੱਚ ਇਹਦੇ ਨਾਲ ਇਹ ਵੀ ਕੀਤਾ ਗਿਆ ਹੈਗਾ ਕਿ ਨਵੇਂ ਜਿਹੜੇ ਯੂਥ ਹੈਗਾ ਜਾਂ ਨਵੇਂ ਨਿਊ ਹੋਮ ਬਾਇਰਸ ਆ ਉਹ ਕਿਵੇਂ ਮਾਰਕੀਟ 'ਚ ਐਂਟਰ ਕਰ ਸਕਣ। ਉਹਦੇ ਵਾਸਤੇ ਇੱਕ ਤਾਂ ਕੀਤਾ ਗਿਆ ਹੈਗਾ ਕਿ ਯੂਥ ਜਿਹੜਾ ਉਹਨੂੰ ਅੰਡਰ $40,000 ਜਿਹੜੇ ਹੈਗੇ ਆ ਉਹ ਬਿਨਾਂ ਟੈਕਸ ਤੋਂ ਆਪਣੇ ਸੇਵਿੰਗ ਅਕਾਊਂਟਸ 'ਚ ਰੱਖ ਸਕਦੇ ਆ, ਉਹਨਾਂ ਨੂੰ ਉਹਦੇ 'ਚ ਟੈਕਸ ਨਹੀਂ ਲੱਗੂਗਾ। ਦੂਸਰੀ ਗੱਲ ਜਿਹੜੀ ਕੀਤੀ ਗਈ ਹੈ ਕਿ ਬਲਾਈਂਡ ਬਿਡਿੰਗ ਦੀ ਕਾਫੀ ਜਿਹੜਾ ਇਸ਼ੂ ਜਿਹੜਾ ਉਹ ਬਾਹਰ ਨਿਕਲ ਕੇ ਆਇਆ ਸਾਹਮਣੇ ਜਦੋਂ ਕਿ ਪਿਛਲੇ ਪੈਂਡੈਮਿਕ ਦੇ ਦੌਰਾਨ ਹੀ। ਅਤੇ ਇਸੇ ਕਰਕੇ ਇਹਦੇ ਵਾਸਤੇ ਟਰਾਂਸਪੇਰੈਂਸੀ ਬਿੱਲ ਆਫ ਰਾਈਟਸ ਜਿਹੜਾ ਉਹ ਲਿਆਂਦਾ ਜਾਊਗਾ, ਸਾਡੇ ਪਾਰਟੀ ਪਲੈਟਫਾਰਮ 'ਤੇ ਹੈਗਾ। ਉਹਦੇ 'ਚ ਬਲਾਈਂਡ ਬਿਡਿੰਗ ਰੋਕੀ ਜਾਊਗੀ। ਅਤੇ ਉਹਦੇ ਨਾਲ ਹੋਮ ਇਨਵੈਸਟਰਸ ਜਿਹੜੇ ਇਨਵੈਸਟ ਕਰਦੇ ਫੋਰਨ ਬਾਇਰਸ, ਉਹਨਾਂ ਦੇ 2 ਸਾਲ ਲਈ ਪੂਰਾ ਬੈਨ ਲਗਾਇਆ ਗਿਆ ਹੈਗਾ। ਇਸੇ ਕਰਕੇ ਲਗਾਇਆ ਗਿਆ ਹੈਗਾ ਕਿ ਜਿਹੜੇ ਨਿਊ ਹੋਮ ਬਾਇਰਸ ਆ ਉਹ ਮਾਰਕੀਟ 'ਚ ਐਂਟਰ ਕਰ ਸਕਣ। ਉਹਦੇ ਨਾਲ 2 ਸਾਲ ਦਾ ਬੈਨ ਇਨਫ ਹੈ? ਨਹੀਂ ਜੀ, ਉਹਦੇ ਨਾਲ ਕੀ ਕੀਤਾ ਹੈਗਾ, 14 ਲੱਖ ਘਰ ਜਿਹੜੇ ਆ ਨਵੇਂ ਬਣਾਏ ਅਤੇ ਰਿਪੇਅਰ ਕੀਤੇ ਜਾਣਗੇ। ਜਦੋਂ 14 ਲੱਖ ਜਿਹੜੇ ਘਰ ਹੋਰ ਬਣਨਗੇ, ਉਹਦੇ ਨਾਲ ਡੈਫੀਨੇਟਲੀ ਜਦੋਂ ਸਪਲਾਈ ਸਾਨੂੰ ਜ਼ਿਆਦਾ ਮਿਲੂਗੀ, ਮੋਰ ਟਰਾਂਸਪੇਰੈਂਸੀ ਹੋਊਗੀ, ਬਲਾਈਂਡ ਬਿਡਿੰਗ ਨਹੀਂ ਹੋਊਗੀ ਅਤੇ ਜਿਹੜੇ ਇਨਸੈਂਟਿਵ ਦਿੱਤੇ ਜਾਣਗੇ। ਪਹਿਲਾਂ ਜਿਹੜਾ ਨਿਊ ਹੋਮ ਬਾਇਰਸ ਨੂੰ 5,000 ਦਾ ਇਨਸੈਂਟਿਵ ਦਿੱਤਾ ਜਾਂਦਾ ਸੀ, ਉਹ ਡਬਲ ਕਰ ਦਿੱਤਾ ਗਿਆ 10,000, ਤਾਂ ਕਿ ਜਿਹੜੇ ਆ ਹੋਰ ਸਹੂਲਤਾਂ ਦਿੱਤੀਆਂ ਜਾਣ ਨਿਊ ਹੋਮ ਬਾਇਰਸ ਨੂੰ। ਅਤੇ ਪਲੱਸ ਜਿਹੜੇ ਇਹ ਜਿਹੜੀਆਂ ਰੋਕੀਆਂ ਜਾਣ, ਚਾਹੇ ਉਹ ਬਲਾਈਂਡ ਬਿਡਿੰਗ ਹੈਗੀ ਆ, ਚਾਹੇ ਫੋਰਨ ਬਾਇਰਸ ਦੀ ਜਿਹੜੀ ਇਨਵੈਸਟਮੈਂਟ ਕਰਕੇ ਜਿਹੜੇ ਘਰ ਛੱਡੇ ਜਾਂਦੇ ਹੈਗੇ ਆ। ਸੋ ਜਦੋਂ ਇਹਨਾਂ 'ਤੇ ਰੋਕ ਲਾਈ ਜਾਊਗੀ ਅਤੇ ਹੋਰ ਜਿਹੜੀ ਇਨਸੈਂਟਿਵ
ਦਿੱਤੇ ਜਾਣਗੇ ਤੇ ਘਰ ਜਿਹੜੇ ਉਹਦੇ ਨਾਲ ਬਣਾਏ ਜਾਣਗੇ 14 ਲੱਖ ਘਰ ਹੋਰ ਬਣਾਏ ਜਾਂ ਰਿਪੇਅਰ ਕੀਤੇ ਜਾਣਗੇ। ਜਦੋਂ ਸਪਲਾਈ ਚੇਨ ਇੰਨੀ ਜ਼ਿਆਦਾ ਹੋਊਗੀ ਤੇ ਮੇਰੇ ਖਿਆਲ ਤੇ ਇਹ ਬਿਲਕੁਲ ਰਾਈਟ ਸਟੈਪ ਔਨ ਦਾ ਰਾਈਟ ਡਾਇਰੈਕਸ਼ਨ ਹੈਗਾ। ਸੋ ਇਸੇ ਕਰਕੇ ਲਿਆਂਦਾ ਗਿਆ ਕਿ ਜਿਹੜਾ ਕੁਝ ਅਸੀਂ ਦੇਖਿਆ ਪੈਂਡੈਮਿਕ ਦੇ ਦੌਰਾਨ ਉਹਨੂੰ ਅਸੀਂ ਸੋਲਵ ਕਰ ਸਕੀਏ। ਜੀ, ਇਸੇ ਤਰ੍ਹਾਂ ਜੇ ਅਸੀਂ ਗਨ ਐਂਡ ਗੈਂਗ ਵਾਇਲੈਂਸ ਦੀ ਗੱਲ ਕਰੀਏ ਤੇ ਸਪੈਸ਼ਲੀ ਬੀਤੇ ਕੁਝ ਸਾਲਾਂ ਦੌਰਾਨ, ਕੁਝ ਮਹੀਨਿਆਂ ਦੌਰਾਨ ਪੀਲ ਰੀਜਨ ਦੇ ਵਿੱਚ ਬਹੁਤ ਜ਼ਿਆਦਾ ਵਧਿਆ ਹੈਗਾ ਐਂਡ ਓਵਰਆਲ ਕੈਨੇਡਾ ਦੀ ਪਰਫਾਰਮੈਂਸ ਦੇਖੀਏ ਡਰਗ ਓਵਰਡੋਜ਼ਸ, ਗੈਂਗ ਵਾਇਲੈਂਸ ਬਹੁਤ ਜ਼ਿਆਦਾ ਵਧੀ ਹੈ। ਫੰਡਿੰਗ ਡੈਫੀਨੇਟਲੀ ਸਰਕਾਰ ਕੋਲੋਂ ਐਲਾਨੀ ਗਈ ਸੀ, ਪਰ ਜਿਹੜਾ ਸਰਕਾਰ ਨੇ ਬਾਈਬੈਕ ਪ੍ਰੋਗਰਾਮ ਦਾ ਵਾਅਦਾ ਕੀਤਾ ਸੀਗਾ ਪਿਛਲੀ ਚੋਣਾਂ ਦੌਰਾਨ, ਉਹ ਨਹੀਂ ਇੰਪਲੀਮੈਂਟ ਹੋਇਆ। ਲੇਕਿਨ ਅਗੇਨ ਐਜ਼ ਆਈ ਸੈਡ ਫੰਡਿੰਗ ਐਲਾਨੀ ਗਈ ਹੈ। ਇਸ ਤਰ੍ਹਾਂ ਜਿਹੜੇ ਵੱਖ-ਵੱਖ ਪਾਰਟੀ ਦੇ ਲੀਡਰਸ ਨੇ ਉਹਨਾਂ ਵੱਲੋਂ ਵੀ ਫੰਡਿੰਗ ਐਲਾਨਣ ਦੀ ਗੱਲ ਕੀਤੀ ਗਈ ਹੈ। ਬਟ ਜਿਹੜੇ ਕੰਜ਼ਰਵੇਟਿਵ ਲੀਡਰ ਨੇ ਐਰਨ ਓਟੂਲ, ਉਹਨਾਂ ਦਾ ਕਹਿਣਾ ਹੈ ਕਿ ਜਦੋਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਾਵਰ ਦੇ ਵਿੱਚ ਆਏ ਉਸ ਤੋਂ ਬਾਅਦ ਕੈਨੇਡਾ ਵਿੱਚ ਕ੍ਰਾਈਮ ਵਧਿਆ ਹੈਗਾ ਐਂਡ ਜੇ ਅਸੀਂ ਡਾਟਾ ਦੀ ਗੱਲ ਕਰੀਏ ਤੇ 2015 ਤੱਕ 81% ਵਧਿਆ ਸੀਗਾ ਔਰ 2019 ਤੱਕ ਜਿਹੜਾ ਹੈਗਾ ਜਿਹੜੇ ਵਾਇਲੈਂਸ ਹੈਗੀ ਹੈ ਉਹ 9% ਇਨਕਰੀਜ਼ ਹੋਈ ਹੈ। ਸਰਕਾਰ ਫੰਡਿੰਗ ਐਲਾਨਣ ਤੋਂ ਇਲਾਵਾ ਇਸ ਉੱਤੇ ਕੰਮ ਕਿਉਂ ਨਹੀਂ ਕਰਦੀ ਕਿ ਉਹਦੀ ਰੂਟ ਕਾਜ਼ ਦਾ ਪਤਾ ਲਗਾਇਆ ਜਾਏ, ਬੱਚਿਆਂ ਨੂੰ ਜਾਂ ਯੰਗਸਟਰਸ ਨੂੰ ਐਜੂਕੇਟ ਕੀਤਾ ਜਾਏ? ਇਸੇ ਕਰਕੇ ਜੀ ਮੈਂ ਕਹਿਣਾ ਚਾਹੂੰਗੀ ਕਿ ਜਿਹੜਾ ਬੈਨ ਲਗਾਇਆ ਗਿਆ ਜਿਹੜਾ ਸਾਲਟ ਰਾਈਫਲਸ ਦੇ ਉੱਤੇ, ਇਸੇ ਕਰਕੇ ਹੀ ਲਗਾਇਆ ਗਿਆ ਸੀ। ਅਸੀਂ ਨਹੀਂ ਚਾਹੁੰਦੇ ਕਿ ਜਿਹੜਾ ਬੱਚਾ ਕਿ ਉਹਨੂੰ ਉਹ ਬਾਏ ਕਰ ਸਕੇ। ਸੋ ਜਿਹੜਾ ਇਸੇ ਕਰਕੇ 1500 ਜਿਹੜੀਆਂ ਸੀਗੀਆਂ ਉਹਨਾਂ 'ਤੇ ਬੈਨ ਜਿਹੜਾ ਸਾਲਟ ਰਾਈਫਲਸ ਦੇ ਵਿੱਚ ਲਾਇਆ ਗਿਆ। ਜੇ ਤੁਸੀਂ ਸ਼ੂਟਿੰਗ, ਮੈਸ ਸ਼ੂਟਿੰਗ ਦੇਖੋ ਪਿਛਲੀਆਂ ਜਿਹੜੀਆਂ ਹੋਈਆਂ ਉਹਨਾਂ 'ਚ ਇਹ ਯੂਜ਼ ਕੀਤੀ ਗਈਆਂ ਸੀ ਗੱਲਾਂ। ਇਹ ਬੈਨ ਇਹ ਲਾਉਣ ਦਾ ਇਹ ਕਾਰਨ ਸੀਗਾ ਤਾਂ ਕਿ ਸਭ ਤੋਂ ਪਹਿਲਾਂ ਇਹਦੇ 'ਤੇ ਕੰਟਰੋਲ ਕੀਤਾ ਜਾਵੇ। ਤੇ ਜਿਹੜਾ ਕਿ ਹੁਣ ਤੁਸੀਂ ਦੇਖੋ ਅਨੋਟੂਲ ਨੇ, ਦੂਸਰੀ ਪਾਰਟੀ ਨੇ, ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਇਹ ਜਿਹੜਾ ਬੈਨ ਆ ਉਹ ਰਿਪੀਲ ਕਰਨਗੇ, ਹਟਾਉਣਗੇ। ਸੋ ਦਿਸ ਇਜ਼ ਨਾਟ ਦ ਰਾਈਟ ਵੇ। ਇਹਦੇ ਨਾਲ ਜਿਹੜਾ ਤੁਸੀਂ ਕਿਹਾ ਰੂਟ ਕਾਜ਼ ਆ, ਲਿਬਰਲ ਪਾਰਟੀ ਇਹਦੇ 'ਚ ਕਮਿਟਡ ਹੈਗੀ ਆ ਕਿ ਰੂਟ ਕਾਜ਼ 'ਤੇ ਕੰਮ ਕੀਤਾ ਜਾਵੇ। ਬਰੈਂਪਟਨ ਦੇ ਵਿੱਚ ਯੂਥ ਵਾਸਤੇ ਜਿਹੜਾ ਸਾਊਥ ਫਲੈਚਰ ਦੇ ਵਿੱਚ ਯੂਥ ਹੱਬ ਬਣਾਉਣ ਦਾ ਇਹ ਕਾਰਨ ਹੈਗਾ। ਯੂਥ ਨੂੰ ਜਦੋਂ ਪਲੈਟਫਾਰਮ ਮਿਲੂਗਾ ਉਹਨਾਂ ਦੀ ਜਿਹੜੀ ਇੰਗੇਜਮੈਂਟ ਜਿਹੜੀ ਆ ਹੋਰ ਆਪਣੀ ਐਕਟੀਵਿਟੀਜ਼ ਦੇ ਵਿੱਚ ਹੋਊਗੀ, ਚੰਗੀ ਐਕਟੀਵਿਟੀਜ਼ ਦੇ ਉਹਦਾ ਇਹ ਹੈਗਾ ਕਿ ਰੂਟ ਕਾਜ਼ ਨੂੰ 'ਤੇ ਕੰਮ ਕੀਤਾ ਜਾਵੇ ਤਾਂ ਕਿ ਸਾਡਾ ਜਦੋਂ ਯੂਥ ਰਾਈਟ ਡਾਇਰੈਕਸ਼ਨ ਵੱਲ ਜਾਵੇ। ਅਤੇ ਉਹਦੇ ਨਾਲ ਤੁਸੀਂ ਗੱਲ ਕੀਤੀ ਹੈਗੀ ਆ, ਸਿਰਫ ਇਹ ਨਹੀਂ ਹੈਗਾ ਕਿ ਸਾਲਟ ਦੇ ਰਾਈਫਲਸ ਦੇ ਸਿਰਫ ਬੈਨ ਨਹੀਂ, ਇਹਦੇ ਨਾਲ ਜੇ ਬੈਕਗਰਾਊਂਡ ਜਿਹੜੀ ਚੈੱਕ ਆ ਤੁਸੀਂ ਦੇਖੋ ਉਹਦੇ ਲਈ ਸਟ੍ਰਿਕਟ ਜਿਹੜੇ ਰੂਲਸ ਬਣਾਏ ਗਏ ਹੈਗੇ ਆ, ਜਿਹੜਾ ਕਿ ਦੂਸਰੀ ਪਾਰਟੀ ਨੇ ਕਿਹਾ ਹੈਗਾ ਉਹ ਰਿਪੈਲ ਕਰਨਗੇ। ਸੋ ਇਹ ਇਸੇ ਕਰਕੇ ਕਦਮ ਚੁੱਕੇ ਗਏ ਹੈਗੇ ਆ ਕਿ ਜਿਹੜਾ ਜਦੋਂ ਸਟ੍ਰਿਕਟ ਸਾਡੇ ਰੂਲਸ ਹੋਣਗੇ ਉਹਦੇ ਨਾਲ ਇਹਦੇ ਨਾਲ ਫਾਇਦਾ ਤੇ ਨਾਲੇ ਰੂਟ ਕਾਜ਼ ਦੇ ਉੱਤੇ ਕੰਮ ਕੀਤਾ ਜਾਊਗਾ, ਰੀਹੈਬਲੀਟੇਸ਼ਨ ਮੋਰ ਹੋਊਗੀ। ਉਹਦੇ ਨਾਲ ਜ਼ਿਆਦਾ ਪ੍ਰੋਗਰਾਮਸ ਜਿਹੜੇ ਕੀਤੇ ਗਏ ਹੈਗੇ ਆ। ਜੇ ਤੁਸੀਂ ਦੇਖਿਆ ਜਾਵੇ ਅਪ ਸਕਿਲਡ ਜਿਹੜੇ ਮੈਂ ਇਹਦੇ 'ਚ ਐਗਜ਼ਾਮਪਲ ਦੇਵਾਂਗੀ ਰਾਇਰਸਨ ਯੂਨੀਵਰਸਿਟੀ ਦੇ। ਰਾਇਰਸਨ ਯੂਨੀਵਰਸਿਟੀ ਜਦੋਂ ਪਿੱਛੇ ਕੰਜ਼ਰਵੇਟਿਵਸ ਨੇ ਕੈਂਸਲ ਕੀਤੀ, ਪਹਿਲਾਂ ਯੂਨੀਵਰਸਿਟੀ ਜਿਹੜੀ ਆਪਣੀ ਕੈਂਸਲ ਹੋਈ, ਅਸੀਂ ਰਾਇਰਸਨ ਕੈਟਲਿਸਟ ਹੱਬ ਇਸੇ ਕਰਕੇ ਲਿਆਂਦਾ ਤਾਂ ਕਿ ਸਾਡੇ ਯੂਥ ਨੂੰ ਕੁਆਲਿਟੀ ਵਾਲੀਆਂ ਟ੍ਰੇਨਿੰਗ ਦੇ ਨਾਲ ਜੌਬਸ ਮਿਲਣ ਸਨ। ਪਿੱਛੇ ਜੇ ਉਹਨਾਂ ਨੇ ਫਿਰ ਕਿਹਾ ਅਸੀਂ ਅਪਸਕਿਲਡ ਕਰਨਾ ਚਾਹੁੰਦੇ ਹਾਂ। ਸੋ ਅਸੀਂ ਫੈਡਰਲ ਗ੍ਰਾਂਟ ਹੋਰ ਲਿਆ ਕੇ ਦਿੱਤੀ ਤਾਂ ਕਿ ਜਿਹੜਾ ਕਿ ਸਾਈਬਰ ਸਿਕਿਉਰਿਟੀ ਦਾ ਤੁਸੀਂ ਦੇਖੋ ਬਹੁਤ ਜ਼ਰੂਰਤ ਹੈ ਅੱਜ ਕੱਲ੍ਹ ਦੇ ਜ਼ਮਾਨੇ ਦੀ। ਸਾਈਬਰ ਸਿਕਿਉਰਿਟੀ ਦੇ ਵਿੱਚ ਕੁਆਲਿਟੀ ਵਾਲੀਆਂ ਜੌਬਸ ਜਿਹੜੀਆਂ ਉਹ ਪੈਦਾ ਹੋਣ, ਇਸੇ ਕਰਕੇ ਤੇ ਹੋਰ ਸਟਰੈਂਥਨ ਕੀਤਾ ਜਾਵੇ। ਸਕਿਲਡ ਪ੍ਰੋਗਰਾਮ ਜਿਹੜੇ ਹੋਰ ਸਟਰੈਂਥਨ ਕੀਤੇ ਜਾਣ। ਇਹਦੇ 'ਚ ਮੈਂ ਹੋਰ ਐਗਜ਼ਾਮਪਲ ਦੇਣਾ ਚਾਹੂੰਗੀ ਸ਼ੇਰਡਨ ਕਾਲਜ ਨੂੰ 3D ਜਿਹੜਾ ਪ੍ਰਿੰਟਰ ਹੈਗਾ ਮਿਲੀਅਨਸ ਆਫ ਡਾਲਰਸ ਇਸੇ ਕਰਕੇ ਦਿੱਤੇ ਗਏ ਕਿ ਸਾਡੇ ਯੂਥ ਨੂੰ ਜਿਹੜੇ ਹੈਗੇ ਆ ਉਹ ਇਸੇ ਤਰ੍ਹਾਂ ਸਕਿਲਡ ਬਣਾ ਸਕਣ ਤਾਂ ਕਿ ਉਹ ਕੁਆਲਿਟੀ ਵਾਲੀਆਂ ਜੌਬਸ ਕਰ ਸਕਣ, ਉਹ ਇੱਧਰ ਨੂੰ ਅੰਗੇਜ ਹੋ ਸਕਣ। ਜਦੋਂ ਯੂਥ ਅੰਗੇਜ ਨਹੀਂ ਹੋਗਾ, ਜਿਹੜਾ ਤੁਸੀਂ ਰੂਟ ਕਾਜ਼ ਦਾ ਕਿਹਾ ਹੈਗਾ ਉਹ ਬਿਲਕੁਲ ਸਹੀ ਗੱਲ ਹੈਗੀ। ਰੂਟ ਕਾਜ਼ 'ਤੇ ਕੰਮ ਕਰਨ ਦੀ ਲੋੜ ਹੈ। ਇਸੇ ਕਰਕੇ ਲਿਬਰਲ ਪਾਰਟੀ ਰੂਟ ਕਾਜ਼ 'ਤੇ ਕੰਮ ਕਰਨ ਲਈ ਕਮਿਟਡ ਹੈਗੀ ਆ। ਅਤੇ ਉਹਦੇ ਵਿੱਚ ਮੈਂ ਇਹ ਐਗਜ਼ਾਮਪਲ ਦੇਣਾ ਚਾਹੂੰਗੀ ਕਿ ਜਿਹੜੀਆਂ ਜਦੋਂ 3D ਪ੍ਰਿੰਟਰ ਲਿਆ ਕੇ ਦਿੱਤਾ ਗਿਆ ਸੀਗਾ ਫੈਡਰਲ ਗ੍ਰਾਂਟ ਨਾਲ ਸ਼ੇਰਡਨ ਕਾਲਜ ਨੂੰ, ਉਹਦੇ ਵਿੱਚ ਜਦੋਂ ਪੈਂਡੈਮਿਕ ਦੇ ਵਿੱਚ PPE ਦੀਆਂ ਜਿਹੜੀਆਂ ਸ਼ੀਲਡਸ ਡਾਕਟਰ ਨਰਸਿਸ ਲਈ ਤਿਆਰ ਕੀਤੀਆਂ ਗਈਆਂ ਉਸੇ 3D ਪ੍ਰਿੰਟਰ ਨੂੰ ਯੂਜ਼ ਕਰਕੇ ਬਣਾਈਆਂ ਗਈਆਂ। ਸੋ ਸਾਨੂੰ ਬਹੁਤ ਜ਼ਰੂਰਤ ਹੈਗਾ ਕਿ ਸਕਿਲਡ ਦੇ ਵਿੱਚ ਅਪ੍ਰੈਂਟਿਸਸ਼ਿਪ ਦੇ ਉੱਤੇ ਕੰਮ ਕਰਨ ਦੀ, ਜਿਹੜਾ ਕਿ ਇਸ ਪਾਰਟੀ ਪਲੈਟਫਾਰਮ 'ਤੇ ਤੁਸੀਂ ਦੇਖੋ ਅਸੀਂ ਕਿਵੇਂ ਜੌਬਸ ਨੂੰ ਸਕਿਲ ਕਰਾਂਗੇ। ਦੂਜੀ ਇੱਕ ਗੱਲ ਹੋਰ ਜਿਹੜੀ ਸਾਹਮਣੇ ਆਈ ਹੈ ਇਸ ਪੈਂਡੈਮਿਕ ਦੇ ਦੌਰਾਨ ਕਿ ਡਿਜੀਟਲਾਈਜੇਸ਼ਨ ਨੂੰ ਜ਼ਿਆਦਾ ਸਟਰੈਂਥਨ ਕੀਤਾ ਜਾਵੇ, ਕਿਉਂਕਿ ਔਨਲਾਈਨ ਜਿਹੜੇ ਬਿਜ਼ਨਸਿਸ ਦੀ ਜਦੋਂ ਕਾਫੀ ਜਿਹੜੇ ਹੈਲਪ ਕੀਤੀ ਹੁਣ ਸਾਡੇ ਪਲੈਟਫਾਰਮ ਦੇ ਵਿੱਚ ਵੀ ਹੈਗਾ ਕਿਵੇਂ ਕਿ ਮੋਰ ਕੇਪੇਬਲ ਗਲੋਬਲਾਈਜੇਸ਼ਨ ਨੂੰ ਦੇ ਵਿੱਚ ਮਾਰਕੀਟ ਦੇ ਵਿੱਚ ਜਿਹੜਾ ਨਿਊ ਨੈਫਟਾ ਜਿਹੜਾ ਹੋਇਆ ਉਹਦੇ ਨਾਲ ਗਲੋਬਲ ਮਾਰਕੀਟ ਵੀ ਓਪਨ ਹੋਈ ਹੈਗੀ ਆ ਤਾਂ ਕਿ ਅਸੀਂ ਜ਼ਿਆਦਾ ਸਟਰੈਂਥਨ ਕਰ ਸਕੀਏ, ਜਿਹਦੇ ਨਾਲ
ਕਿ ਮੋਰ ਐਫੀਸ਼ੀਐਂਟ ਮੋਰ ਜਿਹੜੀਆਂ ਕੁਆਲਿਟੀ ਵਾਲੀਆਂ ਜਿਹੜੀਆਂ ਜੌਬਸ ਜਿਹੜੀਆਂ ਉਹ ਪੈਦਾ ਹੋ ਸਕਣ ਜੀ। ਜੀ ਸੋਨੀਆ ਜੀ, ਸਵਾਲ ਤਾਂ ਬਹੁਤ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਅਖੀਰ ਦੇ ਵਿੱਚ ਜਾਨਣਾ ਚਾਹਾਂਗੇ ਕਿ ਜਦੋਂ ਤੁਸੀਂ ਡੋਰ ਨੌਕਿੰਗ ਜਾਂਦੇ ਹੋ ਤੇ ਕਿਹੜੇ-ਕਿਹੜੇ ਮੁੱਦੇ ਲੋਕੀ ਤੁਹਾਡੇ ਸਾਹਮਣੇ ਰੱਖ ਰਹੇ ਹਨ ਐਂਡ ਵਾਈ ਪੀਪਲ ਸ਼ੁੱਡ ਟਰਸਟ ਯੂ ਅਗੇਨ? ਬਹੁਤ ਸੋਹਣੀ ਗੱਲ ਕਹੀ ਹੈ ਜੀ। ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਪੋਰਟਰਸ, ਵੋਟਰਸ, ਰੈਜ਼ੀਡੈਂਟਸ ਦਾ ਧੰਨਵਾਦ ਕਰਨਾ ਚਾਹੂੰਗੀ। ਉਹਨਾਂ ਨੇ ਮੈਨੂੰ 6 ਸਾਲ ਮੌਕਾ ਦਿੱਤਾ ਤੇ ਮੈਂ ਵੀ ਜੀ ਜਾਨ ਨਾਲ ਮਿਹਨਤ ਕੀਤੀ ਹੈਗੀ ਆ। ਰਿਪੋਰਟ ਕਾਰਡ ਤੁਹਾਡੇ ਸਾਹਮਣੇ ਹੈਗਾ ਤੇ ਹੋਰ ਵੀ ਜਿਹੜੀਆਂ ਪਾਲਿਸੀਜ਼ ਜਿਹੜੀਆਂ ਹੈਗੀਆਂ ਲਿਬਰਲ ਪਾਲਿਸੀ ਦੀਆਂ, ਚਾਹੇ ਚਾਈਲਡ ਕੇਅਰ $10 ਚਾਈਲਡ ਕੇਅਰ ਹੋਵੇ, ਬੱਚਿਆਂ ਨੂੰ ਜਿਹੜੀ ਹੈਲਪ ਅੱਗੇ ਵੀ ਬਹੁਤ ਕੀਤੀ ਜਾਣੀ ਹੈਗੀ, ਕੁਆਲਿਟੀਜ਼ ਵਾਲੀ ਹੈਲਪ ਜਿਹੜੀ ਆ, ਚਾਹੇ ਉਹ ਸਾਡੇ ਬਜ਼ੁਰਗਾਂ ਦਾ ਹੋਵੇ, ਪੈਨਸ਼ਨ ਬੜੀ ਦੇਰ ਤੋਂ ਸਾਡੇ ਸਾਰੇ ਅੰਕਲਸ ਦੀ, ਸਾਰੇ ਬਜ਼ੁਰਗਾਂ ਦੀ ਡਿਮਾਂਡ ਸੀਗੀ। ਬਜ਼ੁਰਗਾਂ ਵਾਸਤੇ ਜਿਹੜੀਆਂ ਸਹੂਲਤਾਂ, ਹੋਰ ਕੀ ਇਕੱਲੀ ਪੈਨਸ਼ਨ ਹੀ ਨਹੀਂ, ਹੋਰ ਵੀ ਜਿਹੜੀਆਂ ਸਹੂਲਤਾਂ ਜਿਹੜੀਆਂ ਸਾਡੇ ਪਲੈਟਫਾਰਮ ਤੇ ਦਿੱਤੀਆਂ ਜਾਣੀਆਂ ਹੈਗੀਆਂ, ਚਾਹੇ ਉਹ ਇੰਟਰਨੈਟ ਦੀ ਜਿਹੜੀ ਆ ਕਾਸਟ ਜਿਹੜੀ ਤੁਸੀਂ ਦੇਖੋ $20 ਹੋਵੇ, ਖਾਸ ਕਰਕੇ ਬਜ਼ੁਰਗਾਂ ਦੀ ਹੈਲਪ, ਬੱਚਿਆਂ ਦੀ ਹੈਲਪ, ਬਿਜ਼ਨੈਸਿਸ ਦੀ ਹੈਲਪ, ਤੇ ਹੋਰ ਇਹਦੇ ਨਾਲ ਕਿਵੇਂ ਕੰਟਰੀ ਨੂੰ, ਕਿਵੇਂ ਅਸੀਂ ਆਪਣੀ ਸਿਟੀ ਦੇ ਵਿੱਚ, ਕੱਲ ਮੈਂ, ਤੁਸੀਂ ਮੇਰੀ ਵੈਬਸਾਈਟ ਤੇ ਜਾ ਕੇ ਪੋਸਟ ਵੀ ਕਰ ਸਕਦੇ, ਜਿਹੜੇ ਸ਼ਵਲ ਰੈਡੀ ਪ੍ਰੋਜੈਕਟ ਜਿਹੜੇ ਸਿਟੀ ਵੱਲੋਂ ਉਹਨਾਂ ਨੇ ਕਿਹਾ ਹੈਗਾ, ਉਹਦੇ ਤੇ ਮੈਂ ਕਮਿਟ ਕੀਤਾ ਹੈਗਾ ਕਿ ਜਿਵੇਂ ਅੱਗੇ ਉਹਨਾਂ ਨੇ ਕਮਿਟਮੈਂਟ ਮੈਂ ਕੀਤੀ ਸੀ ਪਿਛਲੀ ਵਾਰੀ, ਰਿਵਰ ਵਾਕ ਤੇ ਹੋਰ ਯੂਥ ਹੱਬ ਤੇ ਆਪਣਾ ਜਿਹੜਾ ਬਿੱਲ, ਮੈਂ ਡਾਇਬੀਟੀਜ਼ ਤੇ ਬਹੁਤ ਦੇਰ ਤੋਂ ਕੰਮ ਕਰ ਰਹੀ ਸੀਗੀ, ਡਾਇਬੀਟੀਜ਼ ਦੇ ਬਿੱਲ ਮੈਂ ਪੇਸ਼ ਕੀਤਾ ਸੀਗਾ, ਉਹ ਹੁਣ ਤੁਹਾਡੇ ਸਾਹਮਣੇ ਰਿਪੋਰਟ ਕਾਰਡ ਲਾਅ ਬਣ ਚੁੱਕਾ। ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖਿਓ ਕਿ ਇਕੱਲੇ ਸਾਊਥ ਏਸ਼ੀਅਨ ਭਾਈਚਾਰੇ ਨੂੰ, ਕਿਉਂਕਿ ਡਾਇਬੀਟੀਜ਼ ਦਾ ਰੋਗ ਕਾਫੀ ਪਾਇਆ ਜਾਂਦਾ, ਉਹਦੇ ਨਾਲ 11 ਮਿਲੀਅਨ ਕੈਨੇਡੀਅਨਸ ਨੂੰ ਉਹਦੇ ਨਾਲ ਹੈਲਪ ਮਿਲੂਗੀ। ਸੋ ਮੇਰਾ ਰਿਪੋਰਟ ਕਾਰਡ ਤੁਹਾਡੇ ਸਾਹਮਣੇ ਹੈਗਾ। 6 ਸਾਲ ਤੁਸੀਂ ਮੈਨੂੰ ਮੌਕਾ ਦਿੱਤਾ, ਜਦੋਂ ਤੁਸੀਂ ਮੈਨੂੰ ਅੱਗੇ ਵੀ ਮੌਕਾ ਦਿਓਗੇ ਮੈਂ ਇਸੇ ਤਰ੍ਹਾਂ ਨਾਲ ਜਿਵੇਂ ਮੈਂ ਹੁਣ ਕਮਿਟਮੈਂਟ ਕੀਤੀ ਹੈਗੀ ਆ, ਚਾਹੇ ਉਹ ਮੇਰੇ ਕੰਮਾਂ ਦੇ ਜਿਹੜੇ ਸ਼ਵਲ ਰੈਡੀ ਪ੍ਰੋਜੈਕਟ ਮਿਲ, ਉਹਦੇ ਵਾਸਤੇ ਐਡਵੋਕੇਸੀ ਕਰਕੇ ਆਪਣੇ ਬਰੈਂਪਟਨ ਵਿੱਚ ਲਿਆਵਾਂਗੇ, ਤੇ ਚਾਹੇ ਕੋਈ ਹੋਰ ਜਿਹੜਾ ਸਾਡਾ ਪਾਰਟੀ ਦਾ ਪਲੈਟਫਾਰਮ ਹੈਗਾ ਬੱਚੇ, ਬਜ਼ੁਰਗਾਂ, ਯੂਥ ਵਾਸਤੇ, ਉਹਦੇ ਵਾਸਤੇ ਕੰਮ ਕਰਕੇ ਅਸੀਂ ਸਾਰੇ ਹੀ ਰਲ ਮਿਲ ਕੇ, ਤੁਹਾਡੀ ਸਪੋਰਟ ਤੋਂ ਬਗੈਰ ਕੁਝ ਨਹੀਂ ਹੋ ਸਕਦਾ। ਅੱਗੇ ਹੀ ਤੁਸੀਂ ਸਪੋਰਟ ਕੀਤੀ ਹੈਗੀ ਤੇ ਮੈਨੂੰ ਇੱਥੇ ਖੜਾਇਆ ਹੈਗਾ, ਹੁਣ ਵੀ ਜੇ ਤੁਸੀਂ ਸਪੋਰਟ ਕਰਕੇ ਮੈਨੂੰ ਬਣਾਓਗੇ ਤੇ ਮੈਂ ਕਮਿਟ ਕਰਦੀ ਹਾਂ ਕਿ ਜੀ ਜਾਨ ਨਾਲ ਮੈਂ ਮਿਹਨਤ ਕਰਕੇ ਤੇ ਆਪਣਾ ਜਿਹੜਾ ਕੰਮ ਤੁਹਾਨੂੰ ਡਿਲੀਵਰ ਕਰਕੇ ਰਿਪੋਰਟ ਕਾਰਡ ਦਿਖਾਊਂਗੀ। ਸੋ ਇਹਦੇ ਨਾਲ ਮੈਂ ਇੱਕ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹੈਗੀ ਕਿ 20 ਸਤੰਬਰ ਨੂੰ ਤੁਸੀਂ ਮੈਨੂੰ ਵੋਟ ਪਾ ਕੇ ਕਾਮਯਾਬ ਬਣਾਓ। ਵੋਟ ਲਿਬਰਲ, ਵੋਟ ਸਾਨੀਆ ਸਿੱਧੂ, ਤੇ ਜ਼ਰੂਰ ਆਪਣੀ ਵੋਟ ਦਾ ਇਸਤੇਮਾਲ ਕਰੋ ਜੀ। ਪਾਰਟੀ ਪਲੈਟਫਾਰਮ ਦੇਖੋ ਕਿ ਕਿਹੜੀਆਂ ਪਾਰਟੀ ਦੀ ਪਾਲਿਸੀਜ਼ ਤੁਹਾਡੇ ਲਈ ਚੰਗੀਆਂ ਹੈਗੀਆਂ। 10 ਤੋਂ ਲੈ ਕੇ 13 ਤੱਕ ਐਡਵਾਂਸ ਪੋਲਿੰਗ ਵੀ ਹੋ ਰਹੀ ਹੈਗੀ ਆ। ਤੇ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ, ਤੁਸੀਂ ਵੋਲੰਟੀਅਰ ਕਰਨਾ ਹੋਵੇ, ਤੁਸੀਂ ਮੇਰੇ ਆਫਿਸ ਨੂੰ ਕਾਲ ਕਰ ਸਕਦੇ ਹੋ। ਮੇਰਾ ਆਫਿਸ 205 ਕਾਉਂਟੀ ਕੋਰਟ ਤੇ ਹੈਗਾ, ਤੁਸੀਂ ਆਲਵੇਜ਼ ਵਿਜ਼ਿਟ ਵੀ ਕਰ ਸਕਦੇ ਹੋ। ਤੇ ਥੈਂਕ ਯੂ ਵੈਰੀ ਮੱਚ, ਤੁਸੀਂ ਮੈਨੂੰ ਬਹੁਤ ਸਪੋਰਟ ਕੀਤੀ ਹੈ ਤੇ ਇਸੇ ਆਸ ਨਾਲ ਅੱਗੇ ਤੋਂ ਵੀ ਸਪੋਰਟ ਕਰੋਗੇ। ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸੋਨੀਆ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਅਤੇ ਆਪਣੀਆਂ ਤਰਜੀਹਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ। ਥੈਂਕ ਯੂ ਜਸਲੀਨ ਜੀ, ਵੀ ਵਿਸ਼ ਯੂ ਗੁੱਡ ਲੱਕ। ਥੈਂਕ ਯੂ ਜੀ, ਥੈਂਕ ਯੂ। ਸੋ ਇਹ ਸੀ ਸਾਡੀ ਖਾਸ ਗੱਲਬਾਤ ਬਰੈਂਪਟਨ ਸਾਊਥ ਤੋਂ ਲਿਬਰਲ ਉਮੀਦਵਾਰ ਸੋਨੀਆ ਸਿੱਧੂ ਦੇ ਨਾਲ। ਅਸੀਂ ਉਮੀਦ ਕਰਦੇ ਹਾਂ ਕਿ ਵੋਟਰਸ ਪਾਰਟੀ ਲੀਡਰ ਅਤੇ ਪਾਰਟੀ ਉਮੀਦਵਾਰਾਂ ਨੂੰ ਸੁਣਨ ਤੋਂ ਬਾਅਦ ਇੱਕ ਸਹੀ ਫੈਸਲਾ ਲੈਣਗੇ, ਸਹੀ ਪਾਰਟੀ ਦੀ ਚੋਣ ਕਰਨਗੇ। ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ।